7 ਅਗਸਤ ਦਾ ਭਾਰਤ ਅਤੇ ਵਿਸ਼ਵ ਦੇ ਇਤਿਹਾਸ ਵਿੱਚ ਆਪਣਾ ਮਹੱਤਵ ਹੈ ਕਿਉਂਕਿ ਇਸ ਦਿਨ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ। ਤਾਂ ਆਓ ਜਾਣਦੇ ਹਾਂ 7 ਅਗਸਤ ਦੇ ਇਤਿਹਾਸ ਬਾਰੇ। 7 ਅਗਸਤ 1905 ਨੂੰ ਈਸਟ ਇੰਡੀਆ ਕੰਪਨੀ ਦੇ ਖਿਲਾਫ ਬ੍ਰਿਟਿਸ਼ ਭਾਰਤ ਵਿੱਚ ਸਵਦੇਸ਼ੀ ਅੰਦੋਲਨ ਰਸਮੀ ਤੌਰ ਤੇ ਸ਼ੁਰੂ ਕੀਤਾ ਗਿਆ ਸੀ। ਇਸ ਅੰਦੋਲਨ ਤਹਿਤ ਭਾਰਤੀਆਂ ਨੇ ਸਰਕਾਰੀ ਸੇਵਾਵਾਂ, ਸਕੂਲਾਂ, ਅਦਾਲਤਾਂ ਦਾ ਬਾਈਕਾਟ ਕੀਤਾ। ਇਸ ਦੇ ਨਾਲ ਹੀ ਵਿਦੇਸ਼ੀ ਕੱਪੜੇ ਅਨੁਸਾਰ ਕੇ ਹੋਲੀ ਮਨਾਈ ਗਈ। ਇਸ ਲਹਿਰ ਵਿੱਚ ਵਿਦੇਸ਼ੀ ਵਸਤਾਂ ਦੇ ਬਾਈਕਾਟ ਕਾਰਨ ਅੰਗਰੇਜ਼ਾਂ ਨੂੰ ਬਹੁਤ ਮਾਲੀ ਨੁਕਸਾਨ ਹੋਇਆ ਸੀ ਅਤੇ ਦੇਸੀ ਵਸਤਾਂ ਦੀ ਵਿਕਰੀ ਵਧਣ ਲੱਗੀ। ਤੁਹਾਨੂੰ ਦੱਸ ਦਈਏ ਕਿ 20 ਜੁਲਾਈ 1905 ਨੂੰ ਭਾਰਤ ਦੇ ਵਾਇਸਰਾਏ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਦਾ ਐਲਾਨ ਕੀਤਾ ਸੀ ਅਤੇ ਅਕਤੂਬਰ 1905 ਵਿੱਚ ਬੰਗਾਲ ਦੀ ਵੰਡ ਹੋਈ ਸੀ। ਲਾਰਡ ਕਰਜ਼ਨ ਦੇ ਇਸ ਫੈਸਲੇ ਦਾ ਪੂਰੇ ਭਾਰਤ ਵਿੱਚ ਤਿੱਖਾ ਵਿਰੋਧ ਹੋਇਆ। ਫਿਰ 7 ਅਗਸਤ 1905 ਨੂੰ ਕਲਕੱਤਾ ਵਿੱਚ ਇੱਕ ਵਿਸ਼ਾਲ ਮੀਟਿੰਗ ਹੋਈ ਅਤੇ ਉਸੇ ਮੀਟਿੰਗ ਵਿੱਚ ਮੁੜ ਬਾਈਕਾਟ ਦਾ ਮਤਾ ਪਾਸ ਕੀਤਾ ਗਿਆ। ਇਸ ਤੋਂ ਬਾਅਦ ਹੀ ਦੇਸ਼ ਭਰ ਵਿੱਚ ਸਵਦੇਸ਼ੀ ਅੰਦੋਲਨ ਸ਼ੁਰੂ ਹੋ ਗਿਆ। ਹਾਲਾਂਕਿ ਇਸ ਵਿਰੋਧ ਦਾ ਅੰਗਰੇਜ਼ਾਂ ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ। ਵਾਇਸਰਾਏ ਲਾਰਡ ਕਰਜ਼ਨ ਦੇ ਐਲਾਨ ਤੋਂ ਬਾਅਦ 16 ਅਕਤੂਬਰ ਨੂੰ ਬੰਗਾਲ ਦੀ ਵੰਡ ਹੋ ਗਈ। ਇਸ ਤੋਂ ਦੁਖੀ ਹੋ ਕੇ ਭਾਰਤੀਆਂ ਨੇ 16 ਅਕਤੂਬਰ 1905 ਨੂੰ ਰਾਸ਼ਟਰੀ ਸੋਗ ਮਨਾਇਆ। ਵਿਸ਼ਵ ਪ੍ਰਸਿੱਧ ਕਵੀ, ਸਾਹਿਤਕਾਰ, ਦਾਰਸ਼ਨਿਕ ਅਤੇ ਭਾਰਤੀ ਸਾਹਿਤ ਲਈ ਨੋਬਲ ਪੁਰਸਕਾਰ ਜੇਤੂ ਗੁਰੂਦੇਵ ਰਬਿੰਦਰਨਾਥ ਟੈਗੋਰ ਦਾ 7 ਅਗਸਤ 1941 ਨੂੰ ਦੇਹਾਂਤ ਹੋਇਆ ਸੀ। ਉਹਨਾਂ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਬੰਗਾਲੀ ਸਾਹਿਤ ਅਤੇ ਸੰਗੀਤ ਦੇ ਨਾਲ ਭਾਰਤੀ ਕਲਾ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕੀਤਾ। ਉਹਨਾਂ ਨੂੰ ਗੀਤਾਂਜਲੀ ਲਈ 1913 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ। ਇਹ ਪ੍ਰਾਪਤੀ ਕਰਨ ਵਾਲੇ ਉਹ ਪਹਿਲੇ ਗੈਰ ਯੂਰੋਪੀਅਨ ਅਤੇ ਪਹਿਲੇ ਏਸ਼ੀਅਨ ਗੀਤਕਾਰ ਸਨ। ਗੀਤਾਂਜਲੀ ਮੂਲ ਰੂਪ ਵਿੱਚ ਰਬਿੰਦਰਨਾਥ ਟੈਗੋਰ ਦੁਆਰਾ ਬੰਗਾਲੀ ਵਿੱਚ ਰਚੇ ਗਏ ਗੀਤਾਂ ਦਾ ਸੰਗ੍ਰਹਿ ਹੈ। ਟੈਗੋਰ ਨੂੰ ਗੁਰੂਦੇਵ, ਕਵੀ ਗੁਰੂ, ਵਿਸ਼ਵ ਕਵੀ ਵਰਗੇ ਉਪਨਾਮਾਂ ਨਾਲ ਵੀ ਜਾਣਿਆ ਜਾਂਦਾ ਸੀ। ਟੈਗੋਰ ਦੀਆਂ ਰਚਨਾਵਾਂ ਦੋ ਦੇਸ਼ਾਂ ਦੇ ਰਾਸ਼ਟਰੀ ਗੀਤ ਬਣ ਗਈਆਂ, ਜਿਸ ਵਿੱਚ ਜਨ ਗਣ ਮਨ ਭਾਰਤ ਦਾ ਰਾਸ਼ਟਰੀ ਗੀਤ ਬਣ ਗਿਆ, ਜਦਕਿ ਦੂਜੇ ਪਾਸੇ ਅਮਾਰ ਸੋਨਾਰ ਬਾਂਗਲਾ ਬੰਗਲਾਦੇਸ਼ ਦਾ ਰਾਸ਼ਟਰੀ ਗੀਤ ਬਣ ਗਿਆ। ਰਬਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਨੂੰ ਕਲਕੱਤਾ ਵਿੱਚ ਹੋਇਆ ਸੀ। ਇੱਕ ਬੰਗਾਲੀ ਬ੍ਰਾਹਮਣ ਪਰਿਵਾਰ ਵਿੱਚ ਜਨਮੇ ਟੈਗੋਰ ਨੇ ਆਪਣੀ ਪਹਿਲੀ ਕਵਿਤਾ ਸਿਰਫ 8 ਸਾਲ ਦੀ ਉਮਰ ਵਿੱਚ ਲਿਖੀ ਸੀ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ ਉਦੋਂ ਪ੍ਰਕਾਸ਼ਿਤ ਹੋਇਆ ਜਦੋਂ ਉਹ ਸਿਰਫ 16 ਸਾਲ ਦੇ ਸਨ। ਐਮ ਕਰੁਣਾਨਿਧੀ ਦਾ ਦੇਹਾਂਤ 7 ਅਗਸਤ 2018 ਨੂੰ ਹੋਇਆ ਸੀ। ਐਮ ਕਰੁਣਾਨਿਧੀ ਇੱਕ ਭਾਰਤੀ ਸਿਆਸਤਦਾਨ ਅਤੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਸਨ। ਉਹ ਤਾਮਿਲਨਾਡੂ ਰਾਜ ਵਿੱਚ ਇੱਕ ਦ੍ਰਵਿੜ ਰਾਜਨੀਤਿਕ ਪਾਰਟੀ ਦ੍ਰਵਿੜ ਮੁਨੇਤਰ ਕੜਕਮ ਯਾਨੀ ਕਿ ਡੀਐਮਕੇ ਦੇ ਮੁਖੀ ਸਨ। ਕਰੁਣਾਨਿਧੀ ਦਾ ਸਿਆਸੀ ਸਫ਼ਰ ਕਾਫੀ ਸ਼ਾਨਦਾਰ ਰਿਹਾ ਹੈ। ਉਹ ਕਦੇ ਵੀ ਕਿਸੇ ਚੋਣ ਵਿੱਚ ਨਹੀਂ ਹਾਰੇ। 1957 ਵਿੱਚ ਉਹਨਾਂ ਨੇ ਸਫਲਤਾਪੂਰਵਕ ਕੁਲਥਲਾਈ ਤੋਂ ਆਪਣੀ ਪਹਿਲੀ ਚੋਣ ਲੜੀ ਅਤੇ ਉਦੋਂ ਤੋਂ 2016 ਤੱਕ ਉਹਨਾਂ ਨੇ ਕਦੇ ਵੀ 13 ਚੋਣਾਂ ਵਿੱਚ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। 1969 ਵਿੱਚ ਉਹਨਾਂ ਨੇ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ। ਉਹ ਆਖਰੀ ਵਾਰ 2006 ਵਿੱਚ ਮੁੱਖ ਮੰਤਰੀ ਬਣੇ ਸਨ। ਕਿਹਾ ਜਾਂਦਾ ਹੈ ਕਿ ਜਦੋਂ ਐਮ ਕਰੁਣਾਨਿਧੀ 1969 ਚ ਡੀਐਮਕੇ ਪ੍ਰਧਾਨ ਤੇ ਅਹੁਦੇ ਤੇ ਆਏ ਸਨ, ਫਿਰ 1 ਸਾਲ ਦੇ ਅੰਦਰ ਹੀ ਉਹਨਾਂ ਨੇ ਸੂਬੇ ਵਿੱਚੋਂ ਕਾਂਗਰਸ ਪਾਰਟੀ ਦਾ ਸਫਾਇਆ ਕਰ ਦਿੱਤਾ, ਜਿਸ ਤੋਂ ਬਾਅਦ ਤਾਮਿਲਨਾਡੂ ਵਿੱਚ ਡੀਐਮਕੇ ਜਾਂ ਏਆਈਡੀਡੀਐਮਕੇ ਦਾ ਰਾਜ ਸੀ। 3 ਜੂਨ 1924 ਨੂੰ ਜਨਮੇ ਕਰੁਣਾਨਿਧੀ ਤਮਿਲ ਸਿਨੇਮਾ ਜਗਤ ਵਿੱਚ ਇੱਕ ਨਾਟਕਕਾਰ ਅਤੇ ਪਟਕਥਾ ਲੇਖਕ ਵੀ ਸਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਕਰੁਣਾਨਿਧੀ ਨੇ ਤਮਿਲ ਸਿਨੇਮਾ ਵਿੱਚ ਇੱਕ ਪਟਕਥਾ ਲੇਖਕ ਵਜੋਂ ਵੀ ਕੰਮ ਕੀਤਾ। ਉਹਨਾਂ ਦੇ ਸਮਰਥਕ ਉਹਨਾਂ ਨੂੰ ਕਲਾ ਦਾ ਵਿਦਵਾਨ ਕਹਿੰਦੇ ਸਨ। ਐਮਐਸ ਸਵਾਮੀਨਾਥਨ ਦਾ ਜਨਮ 7 ਅਗਸਤ 1925 ਨੂੰ ਹੋਇਆ ਸੀ। ਐਮਐਸ ਸਵਾਮੀਨਾਥਨ ਇੱਕ ਉੱਘੇ ਖੇਤੀ ਵਿਗਿਆਨੀ ਸਨ ਅਤੇ ਭਾਰਤ ਦੇ ਖੇਤੀਬਾੜੀ ਲੈਂਡਸਕੇਪ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਸਨ, ਜਿਨ੍ਹਾਂ ਨੂੰ ਹਰੀ ਕ੍ਰਾਂਤੀ ਦੇ ਪਿਤਾ ਵਜੋਂ ਯਾਦ ਕੀਤਾ ਜਾਂਦਾ ਹੈ। ਹਰੀ ਕ੍ਰਾਂਤੀ ਪ੍ਰੋਗਰਾਮ ਤਹਿਤ ਗਰੀਬ ਕਿਸਾਨਾਂ ਦੇ ਖੇਤਾਂ ਵਿੱਚ ਵੱਧ ਝਾੜ ਦੇਣ ਵਾਲੇ ਕਣਕ ਅਤੇ ਝੋਨੇ ਦੇ ਬੀਜ ਲਗਾਏ ਗਏ। ਇਸ ਕ੍ਰਾਂਤੀ ਨੇ 25 ਸਾਲਾਂ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਅਨਾਜਾਂ ਦੀ ਕਮੀ ਵਾਲੇ ਦੇਸ਼ ਨੂੰ ਆਤਮਨਿਰਭਰ ਬਣਾ ਦਿੱਤਾ ਸੀ। ਉਸ ਸਮੇਂ ਤੋਂ ਭਾਰਤ ਦੇ ਖੇਤੀਬਾੜੀ ਪੂਰਨ ਜਾਗਰਣ ਕਾਰਨ ਸਵਾਮੀਨਾਥਨ ਨੂੰ ਖੇਤੀ ਕ੍ਰਾਂਤੀ ਅੰਦੋਲਨ ਦੇ ਵਿਗਿਆਨਕ ਨੇਤਾ ਵਜੋਂ ਯਾਦ ਕੀਤਾ ਜਾਂਦਾ ਹੈ। ਐਮਐਸ ਸਵਾਮੀਨਾਥਨ ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਭਾਰਤ ਸਰਕਾਰ ਵੱਲੋਂ 1967 ਵਿੱਚ ਪਦਮ ਸ਼੍ਰੀ, 1972 ਵਿੱਚ ਪਦਮ ਭੂਸ਼ਣ ਅਤੇ 1999 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਦੇ ਨਾਲ ਹੀ 2024 ਵਿੱਚ ਉਹਨਾਂ ਨੂੰ ਮਰਨ ਉਪਰੰਤ ਭਾਰਤ ਦੇ ਸਰਵੋੱਚ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਹੈ। ਮਹਾਨ ਖੇਤੀਬਾੜੀ ਵਿਗਿਆਨੀ ਐਮਐਸ ਸਵਾਮੀਨਾਥਨ ਦਾ 28 ਸਤੰਬਰ 2023 ਨੂੰ ਚੇਨਈ ਵਿੱਚ ਆਪਣੇ ਘਰ ਵਿੱਚ 98 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। 7 ਅਗਸਤ 1944 ਨੂੰ ਦੁਨੀਆ ਦਾ ਪਹਿਲਾ ਆਟੋਮੈਟਿਕ ਇਲੈਕਟ੍ਰੋਨਿਕ ਕੈਲਕੂਲੇਟਰ ਹਾਰਵਰਡ ਮਾਰਕ ਪੇਸ਼ ਕੀਤਾ ਗਿਆ ਸੀ। ਇਹ 51 ਫੁੱਟ ਲੰਬਾ, 8 ਫੁੱਟ ਉੱਚਾ ਅਤੇ 5 ਟਨ ਵਜ਼ਨ ਸੀ। ਇਸ ਨੂੰ IBM ਕੰਪਨੀ ਨੇ ਬਣਾਇਆ ਸੀ। ਇਹ ਆਟੋਮੈਟਿਕ ਕ੍ਰਮ ਨਿਯੰਤਰਣ ਕੈਲਕੂਲੇਟਰ ਦਾ ਵਿਚਾਰ 1930 ਵਿੱਚ ਹਾਰਵਰਡ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਹਾਰਵਰਡ ਐਚ ਆਈਕਨ ਵੱਲੋਂ ਪੇਸ਼ ਕੀਤਾ ਗਿਆ ਸੀ। IBM ਨੇ ਦੂਜੇ ਵਿਸ਼ਵ ਯੁੱਧ ਦੌਰਾਨ ਇਸ ਤੇ ਕੰਮ ਸ਼ੁਰੂ ਕੀਤਾ ਸੀ। ਫਰਵਰੀ 1944 ਵਿੱਚ
ਕੈਲਕੂਲੇਟਰ ਦੇ ਮਕੈਨੀਕਲ ਹਿੱਸੇ ਵੱਖਰੇ ਜਹਾਜ਼ਾਂ ਵਿੱਚ ਹਾਰਡਵੇਅਰ ਨੂੰ ਭੇਜੇ ਗਏ ਅਤੇ ਕੰਪਨੀ ਨੇ ਇਹ ਕੈਲਕੂਲੇਟਰ 7 ਅਗਸਤ 1944 ਨੂੰ ਯੂਨੀਵਰਸਿਟੀ ਨੂੰ ਪੇਸ਼ ਕੀਤਾ। ਉਸ ਸਮੇਂ ਇਸ ਦੀ ਕੀਮਤ ਕਰੀਬ $2 ਲੱਖ ਸੀ। ਤੁਹਾਨੂੰ ਦੱਸ ਦਈਏ ਕਿ ਕੈਲਕੂਲੇਟਰ ਵਿੱਚ ਡਾਟਾ ਐਂਟਰੀ ਲਈ 24 ਸਵਿੱਚਾਂ ਦੇ 60 ਸੈੱਲ ਸਨ ਜੋ ਇੱਕ ਸਮੇਂ ਵਿੱਚ 72 ਨੰਬਰਾਂ ਨੂੰ ਸਟੋਰ ਕਰ ਸਕਦੇ ਹਨ। ਕੈਲਕੂਲੇਟਰ 1 ਸੈਕਿੰਡ ਵਿੱਚ 3 ਜੋੜ ਜਾਂ ਘਟਾਓ ਕਰ ਸਕਦਾ ਹੈ। ਕਿਸੇ ਵੀ ਸੰਖਿਆ ਨੂੰ ਗੁਣਾ ਕਰਨ ਵਿੱਚ 6 ਸੈਕਿੰਡ ਅਤੇ ਭਾਗ ਕਰਨ ਵਿੱਚ 15 ਸੈਕਿੰਡ ਲੱਗਦੇ ਸਨ। ਦੇਸ਼ ਵਿੱਚ ਹਰ ਸਾਲ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਮਨਾਇਆ ਜਾਂਦਾ ਹੈ। ਕੇਂਦਰ ਦੀ ਮੋਦੀ ਸਰਕਾਰ ਦੁਆਰਾ ਸਾਲ 2015 ਵਿੱਚ ਪਹਿਲੀ ਵਾਰ ਰਾਸ਼ਟਰੀ ਹੈਂਡਲੂਮ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਹੈਂਡਲੂਮ ਭਾਰਤ ਦੀ ਸਾਡੀ ਸੱਭਿਆਚਾਰਕ ਵਿਰਾਸਤ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਦਿਨ ਨੂੰ ਮਨਾਉਣ ਨਾਲ ਦੇਸ਼ ਵਿੱਚ ਰੋਜ਼ਗਾਰ ਵਧਿਆ ਹੈ ਅਤੇ ਕਾਰੀਗਰਾਂ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ। ਹੈਂਡਲੂਮ ਉਦਯੋਗ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਰੋਜ਼ਗਾਰ ਪ੍ਰਦਾਨ ਕਰਨ ਦੇ ਨਾਲ-ਨਾਲ ਔਰਤਾਂ ਨੂੰ ਸਵੈ ਨਿਰਭਰ ਬਣਾਉਣ ਦਾ ਮੌਕਾ ਵੀ ਦਿੰਦਾ ਹੈ। ਭਾਰਤ ਵਿੱਚ ਬਹੁਤ ਸਾਰੇ ਰਾਜ ਅਜਿਹੇ ਹਨ ਜੋ ਕਿ ਆਪਣੇ ਹੱਥੀਂ ਕਾਰਜ ਲਈ ਜਾਣੇ ਜਾਂਦੇ ਹਨ, ਜਿਵੇਂ ਕਿ ਆਂਧਰ ਪ੍ਰਦੇਸ਼ ਦੀ ਕਲਾਮਕਾਰੀ, ਗੁਜਰਾਤ ਦੀ ਬੰਦਨੀ, ਤਾਮਿਲਨਾਡੂ ਦੀ ਕਾਂਜੀਵਰਮ ਅਤੇ ਮਹਾਰਾਸ਼ਟਰ ਦੀ ਪੈਠਨੀ, ਮੱਧ ਪ੍ਰਦੇਸ਼ ਦੀ ਚੰਦੇਰੀ, ਬਿਹਾਰ ਦੀ ਭਾਗਲਪੁਰੀ ਸਿਲਕ ਕੁਝ ਅਜਿਹੇ ਹਨ ਜੋ ਭਾਰਤ ਵਿੱਚ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਰਾਸ਼ਟਰੀ ਹੈਂਡਲੂਮ ਦਿਵਸ ਮਨਾਉਣ ਦਾ ਮੁੱਖ ਮਕਸਦ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ ਇਹ ਦਿਨ ਬੁਣਾਈ ਭਾਈਚਾਰੇ ਦਾ ਸਨਮਾਨ ਕਰਨ ਅਤੇ ਭਾਰਤ ਦੇ ਸਮਾਜਿਕ ਆਰਥਿਕ ਵਿਕਾਸ ਵਿੱਚ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਨ ਦੇ ਮਕਸਦ ਨਾਲ ਵੀ ਮਨਾਇਆ ਜਾਂਦਾ ਹੈ।